वाहिगुरु जी का खालसा वाहिगुरु जी की फतेह। परम सम्मान योग सत्कार योग गुरु की साजी और नवाजी हुई गुरु खालसा साध संगत जियो, बड़भागी साध संग प्राप्त तिन भेटत दुरमत खोई। वड्या भागां वाले हो के जगत गुरु श्री गुरु ग्रंथ साहिब जी दे पवित्र दर्शन पर सहे हो। सतगुरां दी रब्बी बाणी श्री आसा जी दी वार दे शब्द कीर्तन सतगुरु जी दे हजूरी कीर्तनीय ਸਿੰਘਾਂ पासों आप जी ने सरवण कीते हैं। श्री मुखवाक हुक्मनामा सतगुरु जी ने अमृत वेले तख्तां ते प्रकाशमान हुंदियां सानू बख्शिश कीता है। आओ कुछ समय लई गुरुदेव दे पवित्र श्री मुखवाक दी विचार नाल जुड़िए। तीसरे पातशाह जगत गुरु श्री गुरु अमरदास साहिब जी दे चरनां दा ध्यान अपने हिरदियां विच धारण करदे होया आप दे जीवन ते रसना दे कल्याण निमित्त समूह माई भाई आखो जी सतनाम श्री वाहेगुरु साहिब जी। सतनाम श्री वाहेगुरु साहिब जी। एक ओंकार सतगुर प्रसाद आसा महला तीजा। छंत घर पहला। मंगलाचरण करते हैं। एक अद्वितीय अकाल पुरख निरंकार पार ब्रह्म परमेश्वर है, जिस वर्गा कोई दूजा नहीं। ओंकार जो सारियां विच व्यापक है और सर्ब दा प्रकाशक है, पैदा करदा है, पालदा है और संघारदा है। सतगुरां दी किरपा द्वारा उस ब्रह्म स्वरूप दी प्राप्ति हुंदी है। मंगलाचरण करके शब्द दा सरलेख दसदे ने आसा राग है। तीसरे पातशाह धन श्री गुरु अमरदास साहिब जी का उचारण किया गया पावन शब्द दे छंत हैं। पहले घर सुर ताल विच इन्हां छंतां नूं गायन करन दा हुक्म है। पातशाह हुण शब्द की आरंभता करते हैं। हम घरे साचा सोहेला, साचा शब्द सुहाया राम। पातशाह फरमाउंदे कि साडे हिरदे रूपी घर विच हम घरे जिहड़ा साडा निज घर है, कुछ समय लई रहन बसेरे असीं बनाए ने। संसार विच विचरने वास्ते वो चाहिए ने, पर वो रहन बसेरे जिथे असीं अपने निवास वास्ते बनाए हुए ने, उत्थे साडा सदैवी निवास नहीं होना। पातशाह कहंदे डड्डा डेरा इहो नहीं, ये तेरा डेरा नहीं जिहड़ा तू बनाई बैठा। मुकाम कर घर बैसना नित चलना की तोख। जेड़े मुकाम जेड़े घर बना के बैठा उत्थों तां तेनू चले जाण दी कोख लगी हुई है। वो निज घर जिस घर तो खुंझिया सानू कई जन्मां विच भटकण प्राप्त हो रही है। क्योंकि जदों तक निज घर विच असीं सारा दिन जिथे मर्जी घूमीए, 2 दिन 4 दिन 10 दिन, अखीर मन काला पैंदा भी हुण अपने घर परत चलीए।
ਭਾਵੇਂ ਬਹੁਤ ਸਹੂਲਤਾਂ ਸਾਨੂੰ, ਬਹੁਤ ਆਨੰਦ, ਬਹੁਤ ਕੁਝ ਵੇਖਣ ਨੂੰ ਮਿਲਦਾ ਹੋਵੇ, ਅਖੀਰ ਕੁਝ ਦਿਨਾਂ ਤੋਂ ਬਾਅਦ ਮਨ ਉਪਰਾਮ ਤੇ ਉਚਾਟ ਹੁੰਦਾ ਵੀ ਘਰ ਚੱਲੀਏ। ਜਦੋਂ ਘਰ ਆ ਕੇ ਆਪਣੇ ਆਸਣ ਤੇ ਬੈਠੀਏ ਤੇ ਮਨ 'ਚ ਆਨੰਦ ਆ ਜਾਂਦਾ ਕਿ ਹੁਣ ਭਟਕਣ ਮੁੱਕੀ ਆ ਤੇ ਆਪਣੇ ਘਰ ਆ ਗਏ। ਇਸੇ ਤਰ੍ਹਾਂ ਜਿਹੜੇ ਗੁਰਮੁਖ ਆਪਣੇ ਨਿਜ ਘਰ ਵਿੱਚ ਆ ਜਾਂਦੇ ਨੇ, ਆਪਣਾ ਨਿਜ ਸਰੂਪ ਉੱਥੇ ਆ ਕੇ ਟਿਕ ਜਾਂਦੇ ਨੇ, ਤਾਂ ਆਪਣੇ ਉਸ ਨਿਜ ਘਰ ਵਿੱਚ ਆਇਆ ਹੋਇਆਂ ਦੇ ਹਿਰਦੇ ਵਿੱਚ ਜੋ ਖੇਡ ਵਰਤਦੀ ਹੈ ਉਹ ਗੁਰੂ ਅਮਰਦਾਸ ਸਾਹਿਬ ਜੀ ਦੱਸਦੇ ਨੇ, ਹਮ ਘਰੇ ਸਾਚਾ ਸੋਹਿਲਾ। ਸਾਡੇ ਹਿਰਦੇ ਰੂਪੀ ਘਰ ਵਿੱਚ ਸੱਚਾ ਸੋਹਿਲਾ ਆਨੰਦ ਤੇ ਖੇੜਾ ਬਣ ਗਿਆ। ਸਾਚਾ ਸ਼ਬਦ ਸੁਹਾਇਆ ਰਾਮ। हे ਰਾਮ, ਜੋ ਸਤਿਗੁਰਾਂ ਦਾ ਸੱਚਾ ਸ਼ਬਦ ਹੈ, ਸਤਿਗੁਰਾਂ ਦੇ ਸ਼ਬਦ ਨਾਲ ਮੈਂ ਸੋਹਣਾ ਹੋ ਗਿਆ, ਸ਼ੋਭਨੀਕ ਹੋ ਗਿਆ, ਸੁੰਦਰ ਹੋ ਗਿਆ, ਔਰ ਮੇਰੇ ਨਿਜ ਘਰ ਦੇ ਵਿੱਚ ਸੋਹਿਲਾ ਆਨੰਦ ਤੇ ਖੇੜਾ ਆ ਬਣਿਆ ਹੈ। ਧਨ ਫਿਰ ਮੇਲ ਭਇਆ, ਪ੍ਰਭ ਆਪ ਮਿਲਾਇਆ ਰਾਮ। ਇਸ ਧਨ ਜੀਵ ਰੂਪੀ ਇਸਤਰੀ ਦਾ ਔਰ ਉਸ ਫਿਰ ਪਤੀ ਪਰਮੇਸ਼ਵਰ ਦਾ ਮੇਲ ਹੋ ਗਿਆ। ਨਿਜ ਘਰ ਵਿੱਚ ਆ ਕੇ ਉੱਥੇ ਆਪ ਹੋ ਗਿਆ। ਤੇ ਕਹਿੰਦੇ ਜਦੋਂ ਮੇਲ ਹੋਇਆ, ਇਹ ਮੇਲ ਆਪਣੇ ਆਪ ਨਹੀਂ ਹੋਇਆ ਕਿ ਮੇਰੇ ਵੱਲੋਂ ਕੋਈ ਸਾਧਨਾ ਹੋਵੇਗੀ, ਮੇਰੇ ਵੱਲੋਂ ਕੋਈ ਕਮਾਈ ਹੋਵੇਗੀ। ਕਹਿੰਦੇ ਇਹ ਮੇਲ ਮੇਰੇ ਪ੍ਰਭੂ ਨੇ ਆਪ ਕਿਰਪਾ ਕਰਕੇ ਮਿਲਾਇਆ। ਪ੍ਰਭ ਆਪ ਮਿਲਾਇਆ ਰਾਮ। ਪੁੱਛਿਆ ਕਿ ਪਰਮੇਸ਼ਰ ਨੂੰ ਕੌਣ ਮਿਲਦੇ ਨੇ? ਜਿਹੜੇ ਤਪੱਸਿਆ ਕਰਦੇ ਨੇ, ਵਰਤ ਰੱਖਦੇ ਨੇ, ਨੇਮ ਪਾਲਦੇ ਨੇ, ਕਈ ਪ੍ਰਕਾਰ ਦੇ ਕਰਮ ਕਾਂਡਾਂ 'ਚ ਪ੍ਰਵਿਰਤ ਹੁੰਦੇ ਨੇ, ਕਿ ਉਹ ਪਰਮੇਸ਼ਰ ਨੂੰ ਮਿਲ ਜਾਂਦੇ ਹਨ। ਪਾਤਸ਼ਾਹ ਕਹਿੰਦੇ ਉਹ ਮਿਲਦੇ ਨੇ ਜਿਨ੍ਹਾਂ ਨੂੰ ਪਰਮੇਸ਼ਰ ਖੁਦ ਆਪਣੇ ਨਾਲ ਮਿਲਾਉਂਦਾ ਹੈ, ਉਹੀ ਮਿਲਦੇ ਨੇ। ਹਾਂ, ਸਾਡਾ ਕਰਤੱਵ ਹੈ ਕਰਮ ਕਰਨਾ, ਕਿਉਂਕਿ ਜੇ ਭਲੇ ਕਰਮਾਂ 'ਚ ਪ੍ਰਵਿਰਤ ਨਹੀਂ ਹੋਵਾਂਗੇ ਤੇ ਅੰਤਸ਼ਕਰਣ ਦੀ ਸ਼ੁੱਧੀ ਨਹੀਂ ਹੋਣੀ, ਸ਼ੁਭ ਇੱਛਾ ਤੇ ਸ਼ੁਭ ਵਿਚਾਰ ਹਿਰਦੇ 'ਚ ਪੈਦਾ ਨਹੀਂ ਹੋਣੀ। ਪਰ ਜੇ ਕੋਈ ਆਖੇ ਕਿ ਮੈਂ ਆਪਣੀ ਕਾਲਣਾ ਤੇ ਕਰਮ ਦੁਆਰਾ ਉਹਨੂੰ ਪ੍ਰਾਪਤ ਕਰਾਂਗਾ, ਤਾਂ ਐਸਾ ਨਹੀਂ ਹੋ ਸਕਦਾ। ਪਰਮੇਸ਼ਰ ਨੇ ਜਿਨ੍ਹਾਂ ਨੂੰ ਆਪਣੇ ਨਾਲ ਮਿਲਾਇਆ ਹੈ, ਉਹੀ ਉਸ ਪ੍ਰਭੂ ਨਾਲ ਮਿਲੇ ਹਨ। ਪ੍ਰਭ ਆਪ ਮਿਲਾਇਆ, ਸੱਚ ਮਨ ਵਸਾਇਆ, ਕਾਮਣ ਸਹਜੇ ਮਾਤੀ। ਜਿਨ੍ਹਾਂ ਨੂੰ ਮੇਰੇ ਪ੍ਰਭੂ ਨੇ ਆਪ ਆਪਣੇ ਨਾਲ ਮਿਲਾ ਕੇ ਅਭੇਦ ਕਰ ਲਿਆ, ਉਹਨਾਂ ਦੇ ਮਨ ਵਿੱਚ ਸੱਚ ਵਸ ਗਿਆ, ਸੱਚ ਉਹਨਾਂ ਦੇ ਹਿਰਦੇ 'ਚ ਵਸ ਗਿਆ। ਔਰ ਉਹ ਕਾਮਣਾ, ਕਾਮਣ ਦਾ ਮਤਲਬ ਹੁੰਦਾ ਜਗਿਆਸੂ। ਉਹ ਜਗਿਆਸੂ ਜੀਵ ਰੂਪੀ ਇਸਤਰੀਆਂ ਜਿਨ੍ਹਾਂ ਨੂੰ ਪ੍ਰਭੂ ਨੇ ਆਪਣੇ ਨਾਲ ਮਿਲਾ ਲਿਆ, ਉਹ ਸਹਿਜੇ ਹੀ ਉਸ ਦੇ ਆਨੰਦ ਵਿੱਚ ਮਸਤ ਰਹਿੰਦੀਆਂ ਹਨ। ਗੁਰ ਸ਼ਬਦ ਸੀਗਾਰੀ, ਸੱਚ ਸਵਾਰੀ, ਸਦਾ ਰਾਵੇ ਰੰਗ ਰਾਤੀ। ਜਿਨ੍ਹਾਂ ਜੀਵ ਰੂਪੀ ਇਸਤਰੀਆਂ ਨੂੰ ਗੁਰੂ ਨੇ ਆਪਣੇ ਸ਼ਬਦ ਦੁਆਰਾ ਸ਼ਿੰਗਾਰਿਆ ਹੈ, ਆਪਣੇ ਸ਼ਬਦ ਦੁਆਰਾ ਸ਼ਿੰਗਾਰਿਆ ਹੈ, ਉਹਨਾਂ ਨੂੰ ਸੱਚ ਨੇ ਸਵਾਰ ਕੇ ਸਫਲ ਕਰ ਦਿੱਤਾ ਹੈ। ਔਰ ਉਹ ਸਦਾ ਹੀ ਉਸ ਵਾਹਿਗੁਰੂ ਪਰਮੇਸ਼ਰ ਨੂੰ ਰਾਵਦੀਆਂ ਹਨ, ਭਾਵ ਉਹਦਾ ਜਾਪ ਜਪਦੀਆਂ ਨੇ, ਉਹਦੇ ਪ੍ਰੇਮ ਦੇ ਰੰਗ ਵਿੱਚ ਰੰਗੀਆਂ ਹੋਈਆਂ। ਕਹੋ ਨਾਨਕ ਗੁਰ ਸ਼ਬਦ ਸਵਾਰੀ, ਸਫਲਿਓ ਜਨਮ ਸੁਭਾਇਆ। ਆਪ ਗਵਾਈ ਹਰ ਵਰ ਪਾਈ, ਤਾਂ ਹਰ ਰਸ ਮਨ ਵਸਾਇਆ। ਜਿਨ੍ਹਾਂ ਨੇ ਆਪਣੇ ਅੰਦਰੋਂ ਆਪਾ ਭਾਵ ਗਵਾ ਦਿੱਤਾ, ਯਾਨੀ ਕਿ ਵਿਕਾਰ ਤਿਆਗ ਦਿੱਤੇ ਨੇ, ਜਿਨ੍ਹਾਂ ਵਿਕਾਰ ਤਿਆਗੇ ਨੇ, ਉਹਨਾਂ ਨੇ ਹਰੀ ਵਾਰ ਪਰਮੇਸ਼ਰ ਦੇ ਸਰੂਪ ਦੀ ਪ੍ਰਾਪਤੀ ਕੀਤੀ ਹੈ। ਜਿਨ੍ਹਾਂ ਨੇ ਹਰੀ ਦੇ ਸਰੂਪ ਦੀ ਪ੍ਰਾਪਤੀ ਕੀਤੀ, ਉਹਨਾਂ ਦੇ ਮਨ ਵਿੱਚ ਫਿਰ ਹਰੀ ਦੇ ਨਾਮ ਦਾ ਰਸ ਵਸਦਾ ਹੈ। ਕਹੋ ਨਾਨਕ ਗੁਰ ਸ਼ਬਦ ਸਵਾਰੀ, ਸਫਲਿਓ ਜਨਮ ਸੁਭਾਇਆ। ਧੰਨ ਗੁਰੂ ਅਮਰਦਾਸ ਸਾਹਿਬ ਜੀ ਫਰਮਾਉਂਦੇ, ਜਿਨ੍ਹਾਂ ਨੂੰ ਗੁਰੂ ਨੇ ਆਪਣੇ ਸ਼ਬਦ ਦੁਆਰਾ ਸਵਾਰਿਆ, ਉਹਨਾਂ ਦਾ ਜਨਮ ਸਫਲ ਹੋ ਗਿਆ।
ਉਹਨਾਂ ਦੀ ਸਾਰੀ ਜ਼ਿੰਦਗੀ ਮਹਾਰਾਜ ਜੀ ਨੇ ਸਫਲੀ ਕਰ ਦਿੱਤੀ। ਦੂਜੜੈ ਕਾਮਨ ਭਰਮ ਭੁੱਲੀ ਹਰ ਵਰ ਨਾ ਪਾਏ RAM। ਤੇ ਜਿਹੜੀਆਂ ਕਾਮਣਾ, ਜਿਹੜੀਆਂ ਜੀਵ ਰੂਪੀ ਇਸਤਰੀਆਂ ਦੂਜੇ ਭਾਵ ਵਿੱਚ ਦੁਬਦਾ ਵਿੱਚ ਲੱਗ ਕੇ ਭਰਮ ਚ ਭੁੱਲੀਆਂ ਹੋਈਆਂ ਨੇ, ਉਹਨਾਂ ਨੇ ਕਦੇ ਉਸ ਹਰੀ ਪਰਮੇਸ਼ਰ ਦੇ ਸਵਰੂਪ ਦੀ ਪ੍ਰਾਪਤੀ ਨਹੀਂ ਕੀਤੀ। ਜਿਨ੍ਹਾਂ ਅੰਦਰ ਦੂਜਾ ਭਾਵ ਹੈ, ਜਿਨ੍ਹਾਂ ਅੰਦਰ ਦੁਬਦਾ ਹੈ, ਜਿਨ੍ਹਾਂ ਅੰਦਰ ਦ્વੈਸ਼ ਹੈ, ਉਹ ਕਦੇ ਉਸ ਹਰੀ ਵਰ ਦੇ ਸਵਰੂਪ ਦੀ ਪ੍ਰਾਪਤੀ ਨਹੀਂ ਕਰਦੇ। ਕਾਮਣ ਗੁਣ ਨਾਹੀ ਬਿਰਥਾ ਜਨਮ ਗਵਾਏ RAM। ਜਿਨ੍ਹਾਂ ਵਿੱਚ ਸ਼ਰਧਾ ਰੂਪੀ ਗੁਣ ਹੀ ਕੋਈ ਨਹੀਂ, ਜਿਨ੍ਹਾਂ ਨੇ ਕਦੇ ਆਪਣੇ ਗੁਰੂ ਪੀਰ ਤੇ ਸ਼ਰਧਾ ਹੀ ਨਹੀਂ ਰੱਖੀ, ਉਹ ਸ਼ਰਧਾ ਦੇ ਗੁਣ ਤੋਂ ਵੀ ਹੋਣੇ ਜਿਹੜੇ ਲੋਕ ਨੇ, ਮਹਾਰਾਜ ਜੀ ਕਹਿੰਦੇ ਉਹਨਾਂ ਨੇ ਆਪਣਾ ਸਾਰਾ ਜਨਮ ਹੀ ਵਿਅਰਥ ਗਵਾ ਲਿਆ। ਜਿਨ੍ਹਾਂ ਅੰਦਰ ਗੁਰੂ ਦੇ ਉੱਤੇ ਸ਼ਰਧਾ ਰੂਪੀ ਗੁਣ ਨਹੀਂ ਨਾ ਹੈ, ਉਹ ਗੁਣਾਂ ਤੋਂ ਵੀ ਹੋਣੇ ਜਿਹੜੇ ਲੋਕ ਨੇ, ਉਹਨਾਂ ਨੇ ਆਪਣਾ ਸਾਰਾ ਜਨਮ ਵਿਅਰਥ ਗਵਾ ਲਿਆ ਹੈ। ਬਿਰਥਾ ਜਨਮ ਗਵਾਏ ਮਨ ਮੁਖ ਇਆਣੀ ਔਗਣਵੰਤੀ ਝੂਰੇ। ਜਿਹੜੀਆਂ ਅਵਗਣਵੰਤੜੀਆਂ ਹਨ, ਭਾਵ ਜਿਨ੍ਹਾਂ ਵਿੱਚ ਔਗਣ ਹੀ ਔਗਣ ਨੇ, ਉਹਨਾਂ ਨੇ ਆਪਣਾ ਜਨਮ ਗਵਾ ਲਿਆ ਹੈ ਵਿਅਰਥ। ਔਰ ਉਹ ਮਨਮੁਖ ਇਆਣੀਆਂ ਨਾ ਸਮਝ ਜੀਵ ਰੂਪੀ ਇਸਤਰੀਆਂ ਸਦਾ ਹੀ ਝੁਰਦੀਆਂ ਰਹਿੰਦੀਆਂ ਨੇ, ਦੁੱਖ ਵਿੱਚ ਹੀ ਰਹਿੰਦੀਆਂ ਹਨ। ਆਪਣਾ ਸਤਿਗੁਰ ਸੇਵ ਸਦਾ ਸੁਖ ਪਾਇਆ ਤਾਂ ਫਿਰ ਮਿਲਿਆ ਹਦੂਰੇ। ਜਿਨ੍ਹਾਂ ਨੇ ਆਪਣੇ ਸਤਿਗੁਰਾਂ ਨੂੰ ਸੇਵਿਆ, ਗੁਰੂ ਦੀ ਸ਼ਰਨ ਚਾਹੇ ਨੇ, ਉਹਨਾਂ ਨੇ ਸਦਾ ਵਾਸਤੇ ਸੁਖ ਪ੍ਰਾਪਤ ਕਰ ਲਿਆ। ਔਰ ਉਹਨਾਂ ਨੇ ਜਾਣ ਲਿਆ ਕਿ ਉਹ ਫਿਰ ਪਤੀ ਪਰਮਾਤਮਾ ਸਦਾ ਹੀ ਸਾਡੇ ਕੋਲ ਹੈ। ਦੇਖਾ ਫਿਰ ਬਿਗਸੀ ਅੰਦਰੋਂ ਹੋ ਸਰਸੀ ਸੱਚਾ ਸ਼ਬਦ ਸੁਭਾਏ। ਜਿਨ੍ਹਾਂ ਨੇ ਆਪਣੇ ਫਿਰ ਪਰਮਾਤਮਾ ਦੇ ਦਰਸ਼ਨ ਕੀਤੇ, ਉਹ ਜੀਵ ਰੂਪੀ ਇਸਤਰੀਆਂ ਖਿੜ ਗਈਆਂ। ਵਿਗਸੀ ਦਾ ਮਤਲਬ ਉਹਨਾਂ ਅੰਦਰ ਖੇੜਾ ਪੈਦਾ ਹੋ ਗਿਆ ਔਰ ਉਹਨਾਂ ਦੇ ਅੰਦਰ ਰਸ ਭਰ ਗਿਆ। ਅੰਦਰੋਂ ਸਰਸੀ, ਉਹ ਰਸ ਸਹਿਤ ਹੋ ਗਈਆਂ। ਸਤਿਗੁਰਾਂ ਦੇ ਸੱਚੇ ਸ਼ਬਦ ਦੁਆਰਾ ਉਹ ਸ਼ੋਭਨੀਕ ਹੋ ਗਈਆਂ, ਇਸ ਲੋਕ ਵਿੱਚ ਵੀ ਔਰ ਪਰਲੋਕ ਵਿੱਚ ਵੀ। ਨਾਨਕ ਬਿਨ ਨਾਵੈ ਕਾਮਨ ਭਰਮ ਭੁਲਾਣੀ ਮੇਲਾ ਪ੍ਰੀਤਮ ਸੁਖ ਪਾਏ। ਧੰਨ ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ, ਪਰਮੇਸ਼ਰ ਦੇ ਨਾਮ ਤੋਂ ਬਿਨਾਂ ਇਹ ਜੀਵ ਰੂਪੀ ਇਸਤਰੀ ਭਰਮ ਚ ਭੁੱਲੀ ਤੇ ਭਟਕਦੀ ਫਿਰਦੀ। ਜਿਹੜੀਆਂ ਜੀਵ ਰੂਪੀ ਇਸਤਰੀਆਂ ਆਪਣੇ ਪ੍ਰੀਤਮ ਪਿਆਰੇ ਰੱਬ ਨੂੰ ਮਿਲਦੀਆਂ ਹਨ, ਉਹ ਸੁਖ ਪ੍ਰਾਪਤ ਕਰਦੀਆਂ ਹਨ। ਤੇਰਾ ਸੰਗ ਕਾਮਣ ਜਾਣਿਆ ਗੋਰਾ ਮੇਲ ਮਿਲਾਈ RAM। ਜਿਨ੍ਹਾਂ ਨੂੰ ਗੁਰੂ ਨੇ ਆਪਣੇ ਨਾਲ ਮਿਲਾ ਲਿਆ, ਉਹਨਾਂ ਨੇ ਜਾਣ ਲਿਆ ਕਿ ਉਹ ਫਿਰ ਪਤੀ ਪਰਮਾਤਮਾ ਸਦਾ ਹੀ ਸਾਡੇ ਅੰਗ ਸੰਗ ਹੈ। ਜਿਨ੍ਹਾਂ ਨੂੰ ਗੁਰੂ ਨੇ ਆਪਣੇ ਨਾਲ ਮਿਲਾਇਆ, ਉਹਨਾਂ ਨੇ ਜਾਣਿਆ ਕਿ ਉਹ ਵਾਹਿਗੁਰੂ ਪਰਮੇਸ਼ਰ ਸਦਾ ਹੀ ਸਾਡੇ ਅੰਗ ਸੰਗ ਹੈ। ਅੰਤਰ ਸ਼ਬਦ ਮਿਲੇ ਸਹਜੇ ਤਪਤ 부ਝਾਈ RAM। ਜਿਨ੍ਹਾਂ ਦਾ ਅੰਦਰ ਸਤਿਗੁਰਾਂ ਦੇ ਸ਼ਬਦ ਨਾਲ ਮਿਲ ਗਿਆ, ਜਾਂ ਇਸ ਤਰ੍ਹਾਂ ਕਹਿ ਲਈਏ ਜਿਨ੍ਹਾਂ ਦੇ ਹਿਰਦਿਆਂ ਵਿੱਚ ਸਤਿਗੁਰਾਂ ਦਾ ਸ਼ਬਦ ਵਸ ਗਿਆ, ਉਹਨਾਂ ਅੰਦਰ ਜਿਤਨੀ ਵਿਸ਼ੇ ਵਿਕਾਰਾਂ ਦੀ ਤਪਸ਼ ਹੈ ਉਹ ਬੁਝ ਜਾਂਦੀ ਹੈ। ਤਪਤ 부ਝਾਈ RAM। ਉਹਨਾਂ ਦੇ ਹਿਰਦੇ ਚ ਸਹਿਜੇ ਹੀ ਵਿਸ਼ਿਆਂ ਵਿਕਾਰਾਂ ਦੀ ਤਪਸ਼ ਬੁਝ ਜਾਂਦੀ ਹੈ। ਸ਼ਬਦ ਤਪਤ 부ਝਾਈ ਅੰਤਰ ਸ਼ਾਂਤ ਆਈ ਸਹਜੇ ਹਰ ਰਸ ਚਾਖਿਆ। ਜਿਨ੍ਹਾਂ ਦੇ ਅੰਦਰ ਸਤਿਗੁਰਾਂ ਦੇ ਸ਼ਬਦ ਦੀ ਕਲਾ ਵਰਤਦੀ ਹੈ, ਉਹ ਵਿਕਾਰਾਂ ਦੀ ਤਪਸ਼ ਤੋਂ ਰਹਿਤ ਹੋ ਜਾਂਦੇ ਨੇ। ਮਨ ਉਹਨਾਂ ਦੇ ਸ਼ਾਂਤ ਹੋ ਜਾਂਦੇ ਹਨ ਔਰ ਸਹਿਜੇ ਹੀ ਹਰੀ ਅਕਾਲ ਪੁਰਖ ਪਰਮੇਸ਼ਰ ਦੇ ਨਾਮ ਦੇ ਰਸ ਨੂੰ ਉਹ ਗੁਰਮੁਖ ਚਖਦੇ ਹਨ। ਮਿਲ ਪ੍ਰੀਤਮ ਆਪਣੇ ਸਦਾ ਰੰਗ ਮਾਣੇ ਸੱਚਾ ਸ਼ਬਦ ਸੋ ਭਾਖਿਆ। ਜਿਹੜੇ ਸਤਿਗੁਰਾਂ ਦੇ ਸੱਚੇ ਸ਼ਬਦ ਨੂੰ ਆਪਣੀ ਰਸਨਾ ਤੋਂ ਪੜ੍ਹਦੇ ਨੇ, ਜਪਦੇ ਨੇ, ਉਹ ਆਪਣੇ ਪਿਆਰੇ ਪ੍ਰੀਤਮ ਨੂੰ ਮਿਲ ਕੇ ਸਦਾ ਹੀ ਉਹਦੇ ਪ੍ਰੇਮ ਦੇ ਰੰਗ ਨੂੰ ਮਾਣਦੇ ਹਨ। ਪੜ ਪੜ ਪੰਡਿਤ ਮੋਨੀ ਥਾਕੇ ਭੇਖੀ ਮੁਕਤ ਨਾ ਪਾਈ। ਬੜੇ ਨੇ ਜਿਹੜੇ ਕੇਵਲ ਪੜਨ ਤੱਕ ਹੀ ਸੀਮਤ ਨੇ,
और पढ़ पढ़ के बड़े बड़े विद्वान ते पंडित जेड़े ते मोनी हो गए, वो थक गए, पर वो केवल भेखी ने ते कदे भेखी मुक्त नहीं हुंदे। भेखियां नूं मुक्ति दा दान प्राप्त नहीं हुंदा। जिवें किसे गधे जां खच्चर दे उत्ते किताबां दा भार लद दिता जाए ते वो गधा पंडित नहीं हो जाता, वो गधा कोई मारतंड विद्वान नहीं बन जाता। इसे तरह जिन्हां ने केवल पढ़ पढ़ के भार ही चुकिया सिर ते, उहनूं जानन दा यतन नहीं कीता, तां वो कोई आत्म ज्ञानी नहीं हो जाता, केवल भेखी है। बड़े ने जेड़े कहंदे असीं मोनी हो गए आ, नहीं बोलते। वो वड्डे तो वड्डे जेड़े मोनी सन वो भी थक गए। ये सब भेख सी। और गुरु अमरदास पातशाह कहंदे जेड़े इहो जे भेखी ने वो कदे भी मुक्ति प्राप्त नहीं कर सकते। भेखियां नूं कदे भी मुक्ति नहीं मिलदी। नानक बिन भगति जग बहुराना, सच्चा शब्द मिलाई। धन गुरु अमरदास पातशाह फरमाउंदे कि परमेश्वर दी भगती तो बिना ये जग बौरा है। लोग कहंदे होण जी फलाना बंदा अमका बंदा संसार दे फलाने व्यक्ति बड़े सियाणे ने, बड़े बुद्धिमान ने, बड़ियां सियाणियां गल्लां करदे ने, पर जदों परमार्थक दृष्टि नाल वेखीए कि ये दुनिया दे लोग सियाणे ने, बुद्धिमान ने, जे वो परमेश्वर दे नाम तो टुटे हुए ने तां फिर वो सारे पागल ते कमले ते बौरे नजर आउणगे। तो पातशाह ने परमार्थक दृष्टि नाल वेख्या ते कहंदे परमेश्वर दे भजन तो बिना, अकाल पुरख दी भगती तो बिना ये जग बौरा है। सच्चा शब्द मिलाई। जेड़े सतगुरां दे सच्चे शब्द नाल जुड़ गए ने, उन्हां नूं वाहिगुरु ने अपने नाल मिला के अभेद कीता है। सा धन मन आनंद भया, हर जियो मेल प्यारे राम। ओ जीव रूपी इस्त्रियां दे हिरदियां विच मनां विच आनंद वरतदा है, जिन्हां जीव रूपी इस्त्रियां नूं हरि अकाल पुरख परमेश्वर नाल अपने नाल मिला लैंदा, अपने नाल भेद कर लैंदा है। हां जी। सा धन हर कै रस रसी, गुर कै शब्द अपारे राम। जेड़े जीव गुरु दे शब्द दे नाल जुड़ गए ने, उन्हां जीव रूपी इस्त्रियां नूं हरि परमेश्वर ने अपने नाम दा रस बख्श दिता है। वो हरि दे रस विच रंगियां गईयां हन। शब्द अपारे मिले प्यारे, सदा गुर गुण सारे मन वसे। जेड़े सतगुरां दे अपार शब्द नाल जुड़े, ਉਹੀ उस प्यारे परमेश्वर नूं मिले। उन्हां ने शुभ गुणां नूं सारिया संभालिया और शुभ गुण उन्हां दे मन विच वसे हन। सेज सुहावी जा पिर रावी, मिल प्रीतम अवगण नसे। उन्हां दी अंतशकरण दी सेजा सुहावणी हो जांदी है और वो अपने पिर पति परमेश्वर नूं रावदियां ने, भाव उहदे च भेद हुंदियां ने। प्यारे प्रीतम परमेश्वर नूं मिल के उन्हां जीव रूपी इस्त्रियां दे जितने अवगण सन, वो सारे अवगण नस गए, दूर हो गए। जेतो घर नाम हर सदा ध्याईऐ, सो हिलड़ा जुग चारे। जिस हिरदे रूपी घर विच सदा हरि दा नाम ध्याईए, उत्थे सदा ही सोहिलड़ा है। उत्थे तां चौं जुगां दा खेड़ा ते आनंद बनिया होया। जिस हिरदे रूपी घर विच उस निरंकार अकाल पुरख परमेश्वर दे नाम नूं आराधीए ते ध्याईए। नानक नाम रते सदा आनंद है, हर मिलिया कारज सारे। धन गुरु अमरदास साहब जी फरमाउंदे, जेड़े परमेश्वर दे नाम दे रंग विच रंगे गए ने, उन्हां दे अंदर सदा ही आनंद है।
हरि अकाल पुरख परमेश्वर नूं मिल के तिन्हां दी जिंदगी रूपी कारज सफल हो गया। उन्हां दा इह जीवन सफला ते सकारथा हो गया। जिन्हां दे हिरदे विच हरि अकाल पुरख परमेश्वर दे नाम दा चिंतन है, ਜਿਹੜੇ ਮਾਈ ਭਾਈ ਉਸ ਹਰੀ ਨੂੰ ਆਰਾਧਦੇ ਤੇ ਧਿਆਉਂਦੇ ਹਨ, ਉਹਨਾਂ ਦਾ ਇਹ ਜੀਵਨ, ਉਹਨਾਂ ਦੀ ਇਹ ਜ਼ਿੰਦਗੀ ਵਾਹਿਗੁਰੂ ਨੇ ਸਫਲੀ ਔਰ ਸਕਾਰਥੀ ਕਰ ਦਿੱਤੀ ਹੈ। ਆਸਾ ਰਾਗ ਵਿੱਚ ਅੱਜ ਦਾ ਇਹ ਪਾਵਨ ਸ਼ਬਦ ਛੰਤਾਂ ਵਿੱਚ ਸਤਿਗੁਰਾਂ ਨੇ ਸਾਨੂੰ ਬਖਸ਼ਿਸ਼ ਕੀਤਾ ਹੈ।